ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਈ ਪ੍ਰਭ ਮੇਰਾ। ਇਹੋ ਬਨੰਤੀ ਸੁਣ ਪ੍ਰਭ ਮੇਰੇ, ਦਿਹੋ ਨਾਮ ਕਰ ਆਪਣੇ ਤੇਰੇ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਮਿਲ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰੇ ਚੀਤਾ। ਨਾਨਕੀ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਪਹਿਲਾ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੇ ਖੜੀ ਤਕਾਂ, ਮੈਂ ਮਨ ਚਾਉ ਕਣੀਰਾ ਰਾਮ। ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੇ ਖੜੀ ਤਕਾਂ, ਮੈਂ ਮਨ ਚਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਪਰਵਾਸਾ। ਦਰਸ਼ਨ ਦੇਖ ਪਈ ਨੇ ਕੇਵਲ, ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਪਾਏ ਸੁਭਾਏ। ਨਾਨਕ ਸਾਧਨ ਕੋ ਬਲ ਜਾਈਐ, ਸਾਚ ਮਿਲੈ ਘਰ ਆਏ। ਘਰ ਆਇੜੇ ਸਾਧਨਾ, ਤਾਂ ਤਨ ਖਰੀ ਸਰਸੇ ਰਾਮ। ਹਰਿ ਮੋਇੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ, ਜਾਂ ਰਾਵੀ ਰੰਗ ਰਾਤੇ। ਅਵਗੁਣ ਮਾਰ ਗੁਣੀ ਕਰ ਛਾਇਆ, ਪੂਰੇ ਪੁਰਖ ਵਿਧਾਤੇ। ਤਸਕਰ ਮਾਰ ਵਸੀ ਪੰਚਾਇਣ, ਅਦਲ ਕਰੇ ਵਿਚਾਰੇ। ਨਾਨਕ ਰਾਮ ਨਾਮ ਨਿਸਤਾਰਾ, ਗੁਰਮਤਿ ਮਿਲਹਿ ਪਿਆਰੇ। ਵਾਰਿ ਪਾਇੜਾ ਬਾਦੜੀਏ, ਆਸਾ ਮਨਸਾ ਪੂਰੀ ਰਾਮ। ਫਿਰ ਰਾਵਿਆੜੀ ਸ਼ਬਦ ਦੀ, ਰਬ ਰਹਿਆ ਨ ਦੂਰੀ ਰਾਮ। ਪ੍ਰਭ ਦੂਰ ਨ ਹੋਇ ਕਟ ਕਟ ਸੋਇ, ਤਿਸ ਕੀ ਨਾਰ ਸਬਾਈ। ਆਪੇ ਰਸੀਆ ਆਪੇ ਰਵੈ, ਜੋ ਤਿਸ ਦੀ ਵਡਿਆਈ। ਅਮਰ ਅਡੋਲ ਅਮੋਲ ਅਪਾਰਾ, ਗੁਰ ਪੂਰੈ ਸਚ ਪਾਈਐ। ਨਾਨਕ ਆਪੇ ਜੋਗ ਸੰਜੋਗੀ, ਨਦਰ ਕਰੇ ਨਿਵ ਲਾਈਐ। ਫਿਰ ਉਚੜੀਐ ਮਾੜੀਐ, ਤਿਹਲੂ ਆਸਰ ਤਾਜਾ ਰਾਮ। ਹਉ ਬਿਸਮ ਪਈ ਦੇਖ ਗੁਣਾ, ਅਨਹਦ ਸ਼ਬਦ ਅਗਾਧਾ ਰਾਮ। ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨਿਸ਼ਾਨੋ। ਨਾਮ ਬਿਨਾ ਕੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ। ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੇ ਨਾ ਜਾਸੇ। ਨਾਨਕ ਗੁਰਮੁਖ ਆਪ ਪਛਾਣੈ, ਪ੍ਰਭੂ ਜੈਸੇ ਅਵਨਾਸੀ। ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੇ ਨਾ ਜਾਸੀ। ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਵਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਵਚਨ ਆਪ ਜੀਆਂ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤੇ ਹਨ, ਇਹ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 664 ਅੰਗ, 764 ਅੰਗ ਅਤੇ 765 ਅੰਗ ਤੇ ਸ਼ੋਭਾਇਮਾਨ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪਾਵਨ ਅਮੋਲਕ ਵਚਨ
जो आप जियां ने सचखंड तो सरवण कीते ने धन गुरु रामदास पातशाह जियां दे पावन पवित्र दरबार तो आओ इन्हां बचनां दे नाल जुड़न दा यतन करिए प्यारे। राग सोहे महला पहला घर दीजा। राग सूही दे विच धन गुरु नानक पातशाह जियां ने इस शब्द ਨੂੰ ਉਚਾਰਨ ਕੀਤਾ ਹੈ। घर तीसरे विच इस ਨੂੰ ਗਾਉਣ ਦੀ ਤਾਕੀਦ ਕੀਤੀ ਹੈ। ਰਾਗ ਸੂਹੀ ਵਿੱਚ ਅਤੇ ਘਰ ਤੀਸਰੇ ਵਿੱਚ ਇਸ ਸ਼ਬਦ ਨੂੰ ਜਦੋਂ ਗਾਇਨ ਕੀਤਾ ਜਾਵੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਪਿਆਰਿਓ, ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਪਿਆਰਿਓ। ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਅਸੀਂ ਸਾਰੇ ਹੀ ਨਿਤਾ ਪ੍ਰਤੀ ਅਰਦਾਸਾਂ ਕਰਦੇ ਹਾਂ ਮਾਲਕ ਦੇ ਚਰਨਾਂ ਦੇ ਵਿੱਚ, ਝੋਲੀਆਂ ਅੱਡ ਕੇ ਬੈਠ ਜਾਂਦੇ ਹਾਂ। ਵਾਹਿਗੁਰੂ ਜੀ ਕਿਰਪਾ ਕਰੋ, ਸਾਰੇ ਜਗਤ ਜਨਮ ਦੇ ਤੇ ਹੀ ਕਿਰਪਾ ਕਰੇ ਵਾਹਿਗੁਰੂ। ਸਾਰਿਆਂ ਦੇ ਹਿਰਦੇ ਨੂੰ ਠਾਰੇ, ਸਾਰਿਆਂ ਦੇ ਮਨ ਅੰਦਰ ਠੰਡ ਪਾਵੇ ਪਿਆਰਿਓ। ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖੇ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੋਣੀ ਹੈ। ਆਵੋ ਸਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਵੋ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਐ ਸੱਜਣ, ਐ ਮੇਰੇ ਮਿੱਤਰ, ਮੈਨੂੰ ਤੁਹਾਡਾ ਦਰਸ਼ਨ ਹੋਵੇ, ਤੇਰਾ ਕਿਧਰੇ ਮੈਨੂੰ ਦਰਸ਼ਨ ਹੋ ਜਾਵੇ। ਦਰਸ਼ਨਾਂ ਦੀ ਮਨ ਅੰਦਰ ਪਿਆਰਿਓ ਜਦੋਂ ਤੀਬਰ ਇੱਛਾ ਹੋਵੇ, ਜਦੋਂ ਪਰਮੇਸ਼ਰ ਨੂੰ ਮਿਲਣ ਦੀ ਮਨ ਅੰਦਰ ਤਾਂ ਹੋਵੇ ਕਿ ਫਿਰ ਸਿੱਖ ਸੇਵਕ ਕਹਿ ਉੱਠਦਾ ਹੈ ਇਹ ਗੱਲ, ਵਾਹਿਗੁਰੂ ਜੀ ਤੇਰੇ ਦਰਸ਼ਨ ਮੈਨੂੰ ਚਾਹੀਦੇ ਨੇ, ਆਪਣੇ ਦਰਸ਼ਨ ਦੀਦਾਰ ਮੈਨੂੰ ਬਖਸ਼ਿਸ਼ ਕਰੋ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਬੇਨਤੀ ਸੁਣ ਪ੍ਰਭ ਮੇਰੇ, ਦਿਹੋ ਨਾ ਕਰ ਆਪਣੇ ਚਿਹਰੇ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਦਾਸ। ਵਾਹਿਗੁਰੂ ਜੀ ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਵੀ, ਮੈਂ ਤੇਰੇ ਦਰਸ਼ਨ ਦੀਦਾਰ ਕਰਦਾ ਹੀ ਰਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਸਾਨੂੰ ਇਹੀ ਸਮਝਾ ਰਹੇ ਨੇ ਪਿਆਰਿਓ, ਇਹ ਦਰਸ਼ਨ ਦੀਦਾਰ ਉਸ ਮਾਲਕ ਦਾ ਜਦੋਂ ਕਰਨਾ, ਕਿਵੇਂ ਅਰਦਾਸ ਬੇਨਤੀ ਕਰਨੀ ਹੈ, ਤਰੜਾ ਕਿਵੇਂ ਰਹਿਣਾ ਹੈ। ਉਸ ਮਾਲਕ ਦੇ ਚਰਨਾਂ ਦੇ ਵਿੱਚ ਜਦੋਂ ਤਰੜਾ ਲੈਣ ਦੀ ਸਾਨੂੰ ਜਾਚ ਆਵੇ, ਹੱਥ ਜੋੜ ਕਰਕੇ ਤੇ ਦਰਸ਼ਨ ਦੀਦਾਰ ਪਿਆਰਿਓ ਦੂਰ ਨਹੀਂ। ਜਿੱਦਾਂ ਅਸੀਂ ਰੋਜ਼ ਹੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹ ਵੀ ਭਾਗਾਂ ਤੋਂ ਬਿਨਾਂ ਪਿਆਰਿਓ ਨਹੀਂ ਹੋ ਸਕਦੇ। ਜੇ ਭਾਗਾਂ ਵਿੱਚ ਲਿਖੇ ਨਹੀਂ ਤਾਂ ਹੀ ਦਰਸ਼ਨ ਦੀਦਾਰ ਅਸੀਂ ਕਰ ਸਕਦੇ ਹਾਂ ਪਿਆਰਿਓ। ਘਰ ਆਪਨੜੇ ਖੜੇ ਤਕਾ, ਮੈਂ ਮਨ ਚਾਉ ਕਨੇਰਾ ਰਾਮ। ਆਪਣੇ ਹਿਰਦੇ ਘੜ ਦੇ ਵਿੱਚ ਮੈਂ ਯਾਦ ਕਰ, ਮੈਂ ਤੱਕ ਲਾ ਕੇ, ਜਿਵੇਂ ਸਤਿਗੁਰਾਂ ਦੀ ਮੁਬਾਰਕ ਵਚਨ, ਭਗਤ ਕਬੀਰ ਜੀਆਂ ਦੀ ਵੀ ਮੁਬਾਰਕ ਵਚਨ ਹਨ। ਪੰਥ ਨਿਹਾਰੀ ਕਮਨੀ, ਲੋਚਨ ਭਰੀ ਲੈ ਉਸਾਸਾ। ਉਰ ਨਾ ਭੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਉਡਹੋ ਨਾ ਕਾਗਾ ਕਾਰੇ, ਵੇਗ ਮਲੀਜੈ ਆਪਣੇ ਰਾਮ ਪਿਆਰੇ। ਕਹਿਤ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ। ਏਕ ਆਧਾਰ ਨਾਮ ਨਾਰਾਇਣ, ਰਸਨਾ ਰਾਮ ਜੁਗੀਜੈ। ਜਦੋਂ ਪਰਮੇਸ਼ਰ ਦਾ ਦਰਸ਼ਨ ਦੀਦਾਰ ਕਰਨਾ ਪਿਆਰਿਓ, ਰਸਨਾ ਤੋਂ ਉਚਾਰਨਾ ਪਵੇਗਾ ਸਤਿਨਾਮ ਸ੍ਰੀ ਵਾਹਿਗੁਰੂ। ਭਗਤੀ ਦੇ ਵਾਸਤੇ ਉਸ ਮਾਲਕ ਦਾ ਚਿੰਤਨ ਕਰਨਾ ਪਵੇਗਾ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜਨਾ ਪਵੇਗਾ। ਘਰ ਆਪਨੜੇ ਹਿਰਦੇ ਘੜ ਦੇ ਵਿੱਚ ਖੜੀ ਤਕਾ, ਮੈਂ ਮਨ ਚਾਉ ਕਨੇਰਾ ਦਾ। ਮੇਰੇ ਮਨ ਅੰਦਰ ਚਾਉ, ਕਨੇਰਾ ਤੋਂ ਭਾਵ ਬਹੁਤ ਜ਼ਿਆਦਾ, ਜਦੋਂ ਬਹੁਤ ਜ਼ਿਆਦਾ ਮਿਲਣ ਦੀ ਇੱਛਾ ਹੋਵੇ, ਇਹ ਸਤਿਗੁਰੂ ਕਹਿ ਰਹੇ ਨੇ ਮੇਰੇ ਅੰਦਰ ਬਹੁਤ ਜ਼ਿਆਦਾ। ਘਰ ਆਪਨੜੇ ਖੜੀ ਤਕਾ, ਮੈਂ ਮਨ ਚਾਉ ਕਨੇਰਾ ਰਾਮ। ਮੇਰੇ ਮਨ ਅੰਦਰ ਬਹੁਤ ਚਾਉ ਹੈ। ਕਈ ਵਾਰੀ ਅਸੀਂ ਆਖਦੇ ਹਾਂ ਮੇਰਾ ਤੈਨੂੰ ਮਿਲਣ ਨੂੰ ਬਹੁਤ ਚਿੱਤ ਕਰਦਾ ਸੀ, ਮਨ ਅੰਦਰ ਬਹੁਤ ਚਾਅ ਸੀ ਮਿਲਣ ਵਾਸਤੇ, ਉਸ ਪਿਆਰੇ ਨੂੰ ਮਿਲਣ ਵਾਸਤੇ ਪਿਆਰਿਓ, ਵਾਹਿਗੁਰੂ ਨੂੰ ਮਿਲਣ ਵਾਸਤੇ। ਇਸੇ ਤਰ੍ਹਾਂ ਹੀ ਤੜਪ ਮਨ ਅੰਦਰ ਹੋਣੀ ਚਾਹੀਦੀ ਹੈ। ਜਿਵੇਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਵਾਸਤੇ ਮਨ ਵਿੱਚ ਤੜਪ ਹੁੰਦੀ ਹੈ ਨਾ, ਇਸੇ ਤਰ੍ਹਾਂ ਉਸ ਪਿਆਰੇ ਨੂੰ ਮਿਲਣ ਵਾਸਤੇ ਮਨ ਅੰਦਰ ਤੜਪ ਹੋਵੇ।
जितनी देर तक तड़प नहीं होती उतनी देर तक प्यारे दर्शन किमें हो सकते हैं। दर्शन की ताई होंगे ना, दर्शन देखत ही शुद्ध की ना शुद्ध रही, बुद्ध की ना बुद्ध रही, मत में ना मत है। ਜਦੋਂ ਗੁਰੂ ਦੇ ਦਰਸ਼ਨ ਦਿਦਾਰ ਪਿਆਰੇ ਹੋ ਜਾਂਦੇ ਨੇ, ਫਿਰ ਆ ਮੁਹਾਰੇ ਵਜ਼ਨ ਉਹ ਜਿਹੜੇ ਮਨ ਅੰਦਰੋਂ ਨਿਕਲਦੇ ਨੇ ਪਿਆਰੇ, ਉਹ ਪਿਆਰ ਦੇ ਹੋਇਆ ਕਰਦੇ, ਉਹ ਪਿਆਰ ਦਰਸਾਇਆ ਜਾਂਦਾ। ਸੰਤ ਬਾਬਾ ਨਾਨਕ ਸਿੰਘ ਜੀ ਹੁਣੀ ਪਿਆਰੇ ਇੱਕ ਵਾਰੀ ਸੰਗਤਾਂ ਦੇ ਵਿੱਚ ਪ੍ਰਵਚਨ ਕਰ ਰਹੇ ਸਨ, ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ, ਕਥਾ ਵਿਚਾਰ ਕਰ ਰਹੇ ਸਨ, ਤੇ ਮਹਾਂਪੁਰਸ਼ ਇੱਕ ਹੋਰ ਆਏ। ਉਹ ਆਖਣ ਲੱਗੇ, ਕਹਿੰਦੇ ਬਾਬਾ ਜੀ ਤੁਹਾਡੇ ਦਰਬਾਰ ਦੇ ਵਿੱਚ ਕਹਿੰਦੇ ਬੜੀਆਂ ਸੰਗਤਾਂ ਆਉਂਦੀਆਂ ਨੇ, ਕਹਿੰਦੇ ਦਰਬਾਰ ਮੇਰਾ ਨਹੀਂ ਆ, ਇਹ ਗੁਰੂ ਨਾਨਕ ਦਾ ਦਰਬਾਰ ਹੈ। ਇਹ ਕਹਿੰਦੇ ਨੰਦ ਸਿੰਘ ਦਾ ਦਰਬਾਰ ਨਹੀਂ ਆ, ਇਹ ਗੁਰੂ ਨਾਨਕ ਦਾ ਦਰਬਾਰ ਹੈ। ਤੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਦੀ ਮਨ ਅੰਦਰ ਚਾਉ ਹੈ, ਉਹ ਜਿੱਥੇ ਜਿੱਥੇ ਵੀ ਦਰਬਾਰ ਸਜਦਾ ਹੈ ਉੱਥੇ ਉੱਥੇ ਸੰਗਤਾਂ ਪਹੁੰਚ ਜਾਂਦੀਆਂ ਨੇ। ਜਿਨ੍ਹਾਂ ਦੇ ਮਨ ਅੰਦਰ ਤੜਫ ਹੋਇਆ ਕਰਦੀ ਹੈ ਉਹ ਪਹੁੰਚ ਜਾਂਦੇ ਨੇ ਪਿਆਰੇ। ਇਸੇ ਤਰ੍ਹਾਂ ਹੀ ਕਹਿੰਦੇ ਫਿਰ ਉਹਨਾਂ ਨੇ ਇੱਕ ਸਾਖੀ ਸੁਣਾਈ, ਜਿਹੜੀ ਆਪ ਤੁਸੀਂ ਸਰਵਣੀ ਸਹਿਜ ਕਿਤੇ ਗਾਹੀ ਬਗਾਹੀ ਕੀਤੀ ਹੋਈ। ਭਾਈ ਦੋਦਾ ਤੇ ਇਹਦੀ ਘਰ ਵਾਲੀ ਪਿਆਰੇ, ਘਰ ਦੇ ਵਿੱਚ ਘਰ ਵਾਲੀ ਨੇ ਇਹ ਗੱਲ ਆਖੀ, ਜ਼ਿਮੀਂਦਾਰਾ ਕਰਦੇ ਸਨ। ਆਖਣ ਲੱਗੀ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਕੇ ਆਈਏ, ਕਰਤਾਰਪੁਰ ਦੀ ਧਰਤੀ ਤੇ ਦਰਸ਼ਨ ਦੀਦਾਰ ਕਰਕੇ ਆਈਏ। ਹੁਣ ਘਰ ਵਾਲਾ ਕਹਿੰਦਾ, ਪਹਿਲੇ ਕਿਤਨੇ ਪੀਰ ਫਕੀਰ ਤੇ ਆਏ, ਕਿਤਨਿਆਂ ਨੂੰ ਯਾਦ ਕੀਤਾ, ਕਿੰਨਿਆਂ ਸਾਧੂਆਂ ਦੇ ਕੋਲ ਗਏ। ਜਾਂਦੇ ਤੇ ਅਸੀਂ ਇਸ ਕਰਕੇ ਹਾਂ ਕਿ ਘਰ ਦੇ ਵਿੱਚ ਔਲਾਦ ਹੋਵੇ, ਪਰ ਕਿਧਰਿਓਂ ਵੀ ਖੈਰ ਨਹੀਂ ਪਈ, ਤੇ ਮੇਰਾ ਮਨ ਤਾਂ ਨਹੀਂ ਯਾਦ ਕਰਦਾ, ਮੇਰਾ ਮਨ ਨਹੀਂ ਕਰਦਾ ਕਿ ਮੈਂ ਜਾਵਾਂ, ਮੇਰੇ ਮਨ ਦੇ ਵਿੱਚ ਨਹੀਂ ਇਹ ਖਿਆਲ ਨੂੰ ਕਿਸੇ ਵੱਲ ਜਾਵਾਂ। ਕਹਿੰਦੇ ਬੜੇ ਸਾਧੂਆਂ ਵੱਲ ਗਏ ਤੇ ਇਸੇ ਤਰ੍ਹਾਂ ਹੀ ਕਹਿੰਦੇ ਇਹ ਸਾਧੂ ਹੋਣਗੇ। ਹੁਣ ਮਨ ਦੇ ਵਿੱਚ ਜਦੋਂ ਕੋਈ ਥੱਕ ਹਾਰ ਜਾਂਦਾ ਨਾ ਸਾਰਿਆਂ ਪਾਸਿਆਂ ਤੋਂ ਪਿਆਰੇ, ਫਿਰ ਇਸੇ ਤਰ੍ਹਾਂ ਹੀ ਮਨੁੱਖ ਕਹਿੰਦਾ ਮੈਂ ਤੇ ਸਾਰੇ ਆਸਰੇ ਵੇਖ ਲਏ ਨੇ, ਮੈਨੂੰ ਤੇ ਕਿਸੇ ਪਾਸਿਓਂ ਪੂਰੀ ਨਹੀਂ ਪਈ, ਮੇਰੀ ਆਸ ਮੁਰਾਦ ਕਿਸੇ ਪਾਸਿਓਂ ਨਹੀਂ ਪੂਰੀ। ਪਿਆਰਿਓ, ਜੇ ਕਿਸੇ ਪਾਸੇ ਆਸ ਮੁਰਾਦ ਨਾ ਪੂਰੀ ਹੋਵੇ ਤੇ ਗੁਰੂ ਨਾਨਕ ਦੇ ਦਰ ਤੇ ਆ ਜਾਵੇ, ਉਹ ਪੂਰੀ ਪੈ ਜਾਵੇ। ਘਰ ਵਾਲੀ ਨੇ ਜਿਸ ਵੇਲੇ ਆਖਿਆ ਕਿ ਸਾਨੂੰ ਜਾਣਾ ਚਾਹੀਦਾ, ਬਹੁਤ ਸਾਰੀਆਂ ਸੰਗਤਾਂ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਤੇ ਸਾਨੂੰ ਨੇੜੇ ਜਾਣ ਤੋਂ ਕਹਿੰਦੀ ਕਿਉਂ ਅਸੀਂ ਕੰਨੀ ਕਤਰਾਉਂਦੇ ਹਾਂ, ਸਤਿਗੁਰਾਂ ਦੇ ਦਰਸ਼ਨ ਕਰਕੇ ਆਈਏ, ਦਰਸ਼ਨ ਦੀਦਾਰ ਕਰਕੇ ਆਈਏ। ਦੋਦਾ ਕਹਿੰਦਾ ਨਹੀਂ, ਮੈਂ ਨਹੀਂ ਜਾਣਾ ਤੇ ਤੂੰ ਵੀ ਨਹੀਂ ਜਾਣਾ, ਕਹਿੰਦੀ ਤੂੰ ਵੀ ਨਹੀਂ ਜਾਣਾ। ਹੁਣ ਵੇਖੋ, ਪੂਰਬਲਾ ਕਰਮ ਦੀ ਘਰ ਵਾਲੀ ਦਾ ਕੋਈ ਚੰਗਾ ਸੀ, ਦੋਨਾਂ ਦਾ ਹੀ ਸਮਝੋ ਚੰਗਾ ਸੀ ਜਿਹੜਾ ਸੰਜੋਗ ਬਣਿਆ। ਤੇ ਪਿਆਰੋ ਆਖਣ ਲੱਗੀ, ਮਨ ਦੇ ਵਿੱਚ ਸੋਚਿਆ ਹੁਣ ਪਤੀ ਤੇ ਇਹ ਕਹਿੰਦਾ ਕਿ ਜਾਣਾ ਕੋਈ ਨਹੀਂ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਮੈਂ ਜ਼ਰੂਰ ਕਰਨੇ, ਦਰਸ਼ਨ ਦੀਦਾਰ ਕਰਨ ਵਾਸਤੇ ਮੈਂ ਜ਼ਰੂਰ ਜਾਣਾ, ਭਾਵੇਂ ਕੁਝ ਵੀ ਹੋ ਜਾਵੇ। ਘਰ ਦੇ ਵਿੱਚ ਪਿਆਰਿਓ ਦੁੱਧ ਬਹੁਤ ਸੀ, ਦੁੱਧ ਇਸਨੇ ਗਰਮ ਕੀਤਾ ਤੇ ਗੜਵਾ ਭਰ ਲਿਆ। ਦੁੱਧ ਦਾ ਗੜਵਾ ਭਰ ਕੇ ਤੇ ਚੱਲ ਪਈ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਮਿਲਣ ਵਾਸਤੇ। ਪਿਆਰਿਓ, ਜਿਸ ਵੇਲੇ ਜਾ ਰਹੀ ਹੈ ਤੇ ਨਾਲ ਪਿਆਰਿਓ ਛੰਨੇ ਵੀ ਲਏ ਹੋਏ ਨੇ ਦੁੱਧ ਨੂੰ ਛਕਾਉਣ ਵਾਸਤੇ। ਭਾਈ ਵਾਲਾ ਅਤੇ ਮਰਦਾਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਕੋਲ ਜਾ ਕੇ ਮੱਥਾ ਟੇਕਿਆ ਤੇ ਜਾ ਕੇ ਦੁੱਧ ਰੱਖ ਦਿੱਤਾ। ਮਹਾਰਾਜ ਇਹ ਦੁੱਧ ਛਕ ਲਵੋ। ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਦੁੱਧ ਛਕਿਆ, ਪਿਆਰੇ ਬੜੇ ਪਿਆਰ ਦੇ ਨਾਲ ਦੁੱਧ ਛਕਿਆ ਤੇ ਗੁਰੂ ਮਹਾਰਾਜ ਨੇ ਆਸ਼ੀਰਵਾਦ ਬਖਸ਼ਿਸ਼ ਕੀਤਾ, ਗੁਰੂ ਭਲੀ ਕਰੇ, ਗੁਰੂ ਬਖਸ਼ਿਸ਼ ਕਰੇਗਾ, ਰਹਿਮਤ ਕਰੇਗਾ। ਪਿਆਰੇ ਇਸੇ ਤਰ੍ਹਾਂ ਹੀ ਥੋੜੇ ਦਿਨ ਇਹ ਭਾਈ ਦੋਦੇ ਦੇ ਘਰ ਵਾਲੀ ਦੁੱਧ ਲੈ ਕੇ ਜਾਂਦੀ ਹੈ, ਘਰ ਵਾਲੇ ਤੋਂ ਚੋਰੀ ਜਾਂਦੀ ਹੈ। ਘਰ ਵਾਲੇ ਨੂੰ ਪਤਾ ਕੋਈ ਨਹੀਂ, ਰੋਜ਼ ਜਦੋਂ ਜਾਣਾ ਗਵਾਂਢੀ ਇੱਕ ਪਿਆਰੇ ਕੀ ਖਾਲੀ ਲੋਕ ਹੀ ਹੋਇਆ ਕਰਦੇ ਨੇ, ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਕਿ ਕਿਸੇ ਦੇ ਕਾਜ ਨੂੰ ਵਿਗਾੜਨਾ, ਕਿਸੇ ਨੂੰ ਕਾਜ ਨੂੰ ਵਿਗਾੜ ਕੇ ਤੇ ਆਪ ਖੁਸ਼ ਹੋਣਾ। ਉਹਦੀ ਘਰ ਵਾਲੀ ਨੂੰ ਆਖਿਆ, ਭਾਈ ਦੋਦੇ ਨੂੰ ਗੁਆਂਢੀ ਨੇ ਚੁਗਲੀ ਲਾਈ, ਕਹਿੰਦੀ ਤੇਰੀ ਘਰ ਵਾਲੀ, ਕਹਿੰਦੀ ਪਹਿਲੋਂ ਤੇ ਇਸ ਤਰੀਕੇ ਨਾਲ ਆਖਿਆ, ਬੜੇ ਤਰੀਕੇ ਦੇ ਨਾਲ ਕਹਿ ਕੇ
ਤੇਰੇ ਘਰ ਵਾਲੀ ਜਾਂਦੀ ਹੈ ਮਹਾਂਪੁਰਸ਼ਾਂ ਦੇ ਕੋਲੋਂ, ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਕੋਲ, ਤੇ ਤੂੰ ਵੀ ਜਾਇਆ ਕਰ, ਤੂੰ ਵੀ ਜਾਇਆ ਕਰ। ਉੱਥੋਂ ਸਾਰੀਆਂ ਹੀ ਬਖਸ਼ਿਸ਼ਾਂ ਹੁੰਦੀਆਂ ਨੇ। ਨਾਲ ਇਹ ਵੀ ਗੱਲ ਕਹਿ ਰਿਹਾ, ਨਾਲ ਇਹ ਵੀ ਗੱਲ ਕਹਿ ਰਿਹਾ ਕਿ ਸਾਰੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਤੂੰ ਵੀ ਜਾਇਆ ਕਰ। ਕਹਿੰਦੇ ਨਹੀਂ, ਮੈਂ ਨਹੀਂ ਜਾਂਦਾ ਕਿਸੇ ਸਾਧੂ ਦੇ ਕੋਲ। ਕਹਿੰਦਾ ਮੈਂ ਨਹੀਂ ਜਾਂਦਾ, ਮੈਂ ਸਭ ਤਿਆਰ ਕੇ ਵੇਖ ਲਈ। ਪਰ ਕਹਿੰਦੇ ਤੇਰੇ ਘਰ ਵਾਲੀ ਤੇ ਜਾਂਦੀ ਹੈ। ਪਰ ਕਹਿੰਦਾ ਨਹੀਂ, ਤੂੰ ਝੂਠਾ ਆਖਦਾ। ਮੈਂ ਘਰ ਵਾਲੀ ਨੂੰ ਆਖਿਆ ਕਿ ਨਹੀਂ ਜਾਣਾ, ਘਰ ਵਾਲੀ ਮੇਰੀ ਮੰਨਦੀ, ਉਹ ਨਹੀਂ ਜਾਂਦੀ। ਕਹਿੰਦੇ ਮੈਂ ਖੁਦ ਵੇਖੀ, ਮੈਂ ਖੁਦ ਵੇਖਿਆ ਜਾਂਦੀ ਨੂੰ। ਹੁਣ ਦੋਦੇ ਦੀ ਮਨ ਦੇ ਵਿੱਚ ਥੋੜਾ ਜਿਹਾ ਸ਼ੰਕਾ ਆ ਗਿਆ। ਪਿਆਰੀ ਘਰ ਵਾਲੀ ਨੂੰ ਪੁੱਛਦਾ, ਤੂੰ ਸਾਧੂਆਂ ਦੇ ਕੋਲ ਗਈ ਸੀ, ਸਾਧੂਆਂ ਨੂੰ ਮਿਲਣ ਵਾਸਤੇ ਗਈ ਸੀ? ਘਰ ਵਾਲੀ ਕਹਿੰਦੀ ਨਹੀਂ, ਘਰ ਵਾਲੀ ਕਹਿੰਦੀ ਨਹੀਂ, ਕਹਿੰਦੀ ਮੈਂ ਕੋਈ ਮਾੜਾ ਕਰਮ ਤੇ ਕਰ ਰਹੀ। ਕਹਿੰਦੀ ਜੇ ਕਿਤੇ ਚੰਗਾ ਕਰਮ ਕੋਈ ਕਰਦਿਆਂ ਝੂਠ ਬੋਲਿਆ ਵੀ ਜਾਏ ਤੇ ਉਹ ਝੂਠ ਨਹੀਂ ਹੁੰਦਾ। ਕਹਿੰਦੀ ਮੈਂ ਨਹੀਂ ਗਈ, ਮੈਂ ਨਹੀਂ ਗਈ। ਫਿਰ ਉਹ ਸੱਜਣ ਨੂੰ ਜਿਹੜਾ ਚੁਗਲੀ ਲਾਉਣ ਵਾਲਾ ਸੀ, ਉਸ ਨੂੰ ਭਾਈ ਦੋਦਾ ਕਹਿੰਦਾ, ਤੂੰ ਸਾਡੇ ਘਰ ਦੇ ਵਿੱਚ ਲੜਾਈ ਪਾ ਰਿਹਾ। ਕਹਿੰਦੇ ਮੇਰੇ ਘਰ ਵਾਲੀ ਨਹੀਂ ਗਈ। ਕਹਿੰਦੇ ਅੱਛਾ, ਮੈਂ ਤੇ ਕਹਿੰਦੇ ਖੁਦ ਵੇਖਿਆ ਸੀ। ਥੋੜੇ ਦਿਨ ਬਤੀਤ ਹੋਏ, ਹੁਣ ਪਿਆਰੂ ਭਾਈ ਦੋਦੇ ਦੀ ਘਰ ਵਾਲੀ ਨੇ ਜਾਣਾ ਬੰਦ ਕਰ ਦਿੱਤਾ, ਵਿੱਚ ਜਾਣਾ ਬੰਦ ਕਰ ਦਿੱਤਾ ਕਿ ਘਰ ਵਾਲਾ ਗੁੱਸਾ ਕਰਦਾ ਹੈ। ਇੱਕ ਦਿਨ ਉਹੀ ਸੱਜਣ ਪਿਆਰਿਓ, ਉਹੀ ਸੱਜਣ ਭਾਈ ਦੋਦੇ ਦੇ ਘਰ ਆਇਆ ਤੇ ਘਰ ਵਾਲੀ ਨੂੰ ਆ ਕੇ ਕਹਿੰਦਾ, ਭੈਣ ਜੀ ਤੁਸੀਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਕਿਉਂ ਨਹੀਂ ਜਾਂਦੇ? ਦਰਸ਼ਨ ਦੀਦਾਰ ਕਰਨ ਕਿਉਂ ਨਹੀਂ ਜਾਂਦੇ? ਪਹਿਲੋਂ ਤੁਸੀਂ ਜਾਇਆ ਕਰਦੇ ਸੀ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਜਨੰਦੇ ਨੂੰ ਤਾਰਨਹਾਰ, ਕਹਿੰਦੇ ਜੇ ਉਹਨਾਂ ਦੇ ਕੋਲ ਜਾਵੋ ਤੇ ਤੁਹਾਡੇ ਮਨ ਦੀ ਮੁਰਾਦ ਵੀ ਪੂਰੀ ਹੋ ਜਾਵੇਗੀ, ਤੁਹਾਡੇ ਘਰ ਦਾ ਚਿਰਾਗ ਜਗ ਪਵੇਗਾ, ਤੁਸੀਂ ਜਾ ਕੇ ਆਓ। ਇਹਦੀ ਗੱਲ ਤੇ ਵੀਰ ਜੀ ਤੁਹਾਡੀ ਠੀਕ ਹੈ, ਗੱਲ ਤੇ ਤੁਹਾਡੀ ਠੀਕ ਹੈ, ਪਰ ਘਰ ਵਾਲਾ ਮੇਰਾ ਜਾਣ ਨਹੀਂ ਦਿੰਦਾ, ਘਰ ਵਾਲਾ ਮੇਰਾ ਜਾਣ ਨਹੀਂ ਦਿੰਦਾ। ਕਹਿੰਦੇ ਤੁਸੀਂ ਜਾ ਕੇ ਆਓ। ਹੁਣ ਇੱਕ ਪਾਸੇ ਤੇ ਬੀਬੀ ਨੂੰ ਕਹਿ ਦਿੱਤਾ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਤੁਸੀਂ ਕਰਨ ਵਾਸਤੇ ਜਾਓ। ਉਹ ਕਹਿੰਦੇ ਵੀਰ ਜੀ ਠੀਕ ਹੈ, ਮੈਂ ਜਾਵਾਂਗੀ, ਮੈਂ ਜਾਵਾਂਗੀ ਦਰਸ਼ਨ ਦੀਦਾਰ ਕਰਨ ਵਾਸਤੇ। ਦੂਸਰੇ ਪਾਸੇ ਪਿਆਰਿਓ ਭਾਈ ਦੋਦੇ ਦੇ ਘਰ ਵਾਲੀ ਨੇ ਜਦੋਂ ਦੁੱਧ ਦਾ ਗੜਵਾ ਸਿਰ ਤੇ ਰੱਖਿਆ, ਘਰੋਂ ਤੁਰੀ ਤੇ ਉਸੇ ਵੇਲੇ ਉਹਨੇ ਫਿਰ ਜਾ ਚੁਗਲੀ ਲਾਈ। ਭਾਈ ਦੋਦੇ ਨੂੰ ਕਹਿੰਦਾ, ਤੂੰ ਨਹੀਂ ਸੀ ਨਾ ਮੰਨਦਾ ਕਿ ਮੇਰੇ ਘਰ ਵਾਲੀ ਨਹੀਂ ਜਾਂਦੀ, ਤੇ ਮੈਂ ਵੀ ਸੋਚਿਆ ਸੀ ਕਿ ਤੈਨੂੰ ਉਸ ਟਾਈਮ ਤੇ ਫੜਾਵਾਂਗਾ ਜਦੋਂ ਜਾਰੀ ਹੋਈ। ਕਹਿੰਦੇ ਉਹ ਵੇਖਤਾ ਸਾਹਮਣੇ ਜਾਰੀ ਕਰੀ। ਕਹਿੰਦੇ ਗੱਲ ਤੇ ਤੇਰੀ ਠੀਕ ਹੈ, ਗੱਲ ਤਾਂ ਤੇਰੀ ਠੀਕ ਹੈ, ਉਸੇ ਪਾਸੇ ਨੂੰ ਜਾਰੀ ਹੈ ਜਿੱਧਰ ਸਾਧੂ ਬੈਠੇ ਹੋਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਇਸ਼ਾਰਾ ਕਰਕੇ ਉਸੇ ਪਾਸੇ ਹੀ ਜਾਰੀ। ਕਹਿੰਦੇ ਘਰ ਦੇ ਵਿੱਚ ਆਪਾਂ ਟਹੂਆ ਕਹਿ ਦਿੰਦੇ ਹਾਂ ਜਾਂ ਛਵੀ ਕਹਿ ਦਿੰਦੇ ਹਾਂ। ਕਹਿੰਦੇ ਉਸ ਨੂੰ ਤਿਆਰ ਕਰ ਲਿਆ, ਤਿੱਖੀ ਕਰ ਰਿਹਾ, ਤਿੱਖੀ ਕਰ ਰਿਹਾ। ਮੇਰੀ ਘਰ ਵਾਲੀ ਨੇ ਮੇਰੇ ਨਾਲ ਝੂਠ ਬੋਲਿਆ, ਮੈਂ ਇਸ ਨੂੰ ਥਾਂ ਮਾਰ ਦੇਵਾਂਗਾ, ਮੈਂ ਇਸ ਨੂੰ ਥਾਂ ਮਾਰ ਦੇਵਾਂਗਾ, ਇਸ ਨੂੰ ਜਿਉਂਦਾ ਕੋਈ ਨਹੀਂ ਰਹਿਣ ਦੇਵਾਂਗਾ। ਇਸ ਲਈ ਮੇਰੇ ਨਾਲ ਝੂਠ ਬੋਲਿਆ, ਮੇਰੇ ਨਾਲ ਹੇਰਾਫੇਰੀ ਕੀਤੀ ਹੈ। ਕਹਿੰਦੇ ਟਹੂਆ ਤਿਆਰ ਕਰਕੇ ਭਾਈ ਦੋਦਾ ਮਗਰ ਮਗਰ ਤੁਰਿਆ ਜਾ ਰਿਹਾ, ਮਗਰ ਮਗਰ ਤੁਰਿਆ ਜਾ ਰਿਹਾ ਦੱਬੇ ਪੈਰੀ। ਜਦੋਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਕੋਲ ਭਾਈ ਦੋਦੇ ਦੀ ਘਰ ਵਾਲੀ ਪਹੁੰਚੀ, ਦੁੱਧ ਰੱਖਿਆ ਤੇ ਭਾਈ ਬਾਲਾ ਜੀ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੀ, ਵਾਲਿਆ ਅੱਜ ਤਿੰਨਾਂ ਬਰਤਨਾਂ ਦੇ ਵਿੱਚ ਨਹੀਂ, ਚੌਹਾਂ ਬਰਤਨਾਂ ਦੇ ਵਿੱਚ ਦੁੱਧ ਪਾਉਣਾ। ਤਿੰਨ ਬਰਤਨਾਂ ਦੇ ਵਿੱਚ ਨਹੀਂ, ਚੌਹਾਂ ਬਰਤਨਾਂ ਦੇ ਵਿੱਚ ਦੁੱਧ ਪਾਉਣਾ। ਦੋਦੇ ਦੀ ਘਰ ਵਾਲੀ ਨੇ ਸਮਝਿਆ ਚੌਥਾ ਤੇ ਕੋਈ ਨਹੀਂ, ਅੱਜ ਤੇ ਮੇਰੇ ਭਾਗ ਜਾਗ ਪਏ, ਸਤਿਗੁਰਾਂ ਦੀ ਇਸ ਦੁੱਧ ਦੇ ਉੱਤੇ ਨਿਗਾਹ ਪਈ ਹੈ। ਜੇ ਕਿਧਰੇ ਮੈਂ ਇਹ ਦੁੱਧ ਛਕ ਲਿਆ ਤੇ ਮੇਰੇ ਘਰ ਦੇ ਵਿੱਚ ਪੁੱਤਰ ਜ਼ਰੂਰ ਹੋਵੇਗਾ। ਅੱਜ ਗੁਰੂ ਨਾਨਕ ਪਾਤਸ਼ਾਹ ਤਰੁੱਠ ਪਏ ਨੇ ਮੇਰੇ ਤੇ ਸ਼ਾਇਦ ਇਹ ਚੌਥਾ ਜਿਹੜਾ ਛੰਨਾ ਇਸੇ ਕਰਕੇ ਇਸ ਦੇ ਵਿੱਚ ਦੁੱਧ ਪਵਾ ਰਹੇ ਨੇ। ਚੌਹਾਂ ਦੇ ਵਿੱਚ ਜਿਸ ਵੇਲੇ ਦੁੱਧ ਪਾਤਾ ਭਾਈ ਦੋਦੇ ਦੀ ਘਰ ਵਾਲੀ, ਸਤਿਗੁਰੂ ਪਾਤਸ਼ਾਹ ਕਹਿੰਦੀ ਭਾਈ ਦੋਦੇ ਦੀ ਘਰ ਵਾਲੀ ਨੂੰ ਕਹਿੰਦੇ ਚੁੱਕ ਛੰਨਾ। ਜਦੋਂ ਛੰਨਾ ਉਹਨੇ ਚੁੱਕਿਆ ਤੇ ਮੂੰਹ ਨੂੰ ਲਾਉਣ ਲੱਗੀ, ਕਹਿੰਦੇ ਠਹਿਰ ਜਾ, ਇਹ ਤੇਰੇ ਵਾਸਤੇ ਨਹੀਂ ਆ, ਇਹ ਤੇਰੇ ਵਾਸਤੇ ਨਹੀਂ। ਕਹਿੰਦੇ ਮਹਾਰਾਜ ਆਪੇ ਤੇ ਤੁਸੀਂ 4 ਛੰਨੇ ਪਾਏ ਨੇ, 3 ਤੁਹਾਡੇ ਤੇ ਚੌਥਾ ਮੇਰਾ।
ਹੁਣ ਤੁਸੀਂ ਮੈਨੂੰ ਪੀਣ ਵਾਸਤੇ ਦੇ ਕੇ ਹੁਣ ਕਹਿ ਰਹੇ ਹੋ ਪੀਣਾ ਨਹੀਂ, ਪੀਣਾ ਕਿਉਂ ਨਹੀਂ? ਕਹਿੰਦੇ ਨਹੀਂ, ਇਹ ਤੇਰੇ ਘਰ ਵਾਲੇ ਦਾ ਹੈ, ਇਹ ਤੇਰੇ ਘਰ ਵਾਲੇ ਦਾ। ਕਹਿੰਦੀ ਘਰ ਵਾਲੇ ਨੂੰ ਤੇ ਮੈਂ ਦੱਸ ਕੇ ਕੋਈ ਨਹੀਂ ਆਈ, ਉਸ ਤੋਂ ਤਾਂ ਮੈਂ ਚੋਰੀ ਆਈ। ਕਹਿੰਦੀ ਤੂੰ ਤੇ ਚੋਰੀ ਆਈ ਆ, ਉਹ ਵੀ ਪਿੱਛੇ ਝਾੜੀਆਂ ਦੇ ਪਿੱਛੇ ਲੋਕੇ ਬੈਠਾ ਹੋਇਆ, ਉਹ ਤੈਨੂੰ ਆਵਾਜ਼ ਕਰ ਰਿਹਾ, ਉਹ ਤੈਨੂੰ ਵੇਖ ਰਿਹਾ, ਸਾਨੂੰ ਸਾਰਿਆਂ ਨੂੰ ਵੇਖ ਰਿਹਾ, ਉਹ ਤੇਰੀ ਚੋਰੀ ਫੜਨ ਵਾਸਤੇ ਆਇਆ ਸੀ। ਤੇ ਕਹਿੰਦੇ ਮਹਾਰਾਜ ਜੇ ਮੈਂ ਉਸਦੇ ਕੋਲ ਦੁੱਧ ਲੈ ਕੇ ਗਈ ਉਹਦੇ ਮੈਨੂੰ ਮਾਰ ਮੁਕਾਵੇਗਾ। ਕਹਿੰਦੇ ਹਾਂ ਗੱਲ ਤੇ ਇਹੋ ਹੀ ਹੈ। ਉਸਨੇ ਕਹਿੰਦੇ ਇਹ ਮਨ ਬਣਾਇਆ ਹੋਇਆ ਵੀ ਪਹਿਲੇ ਤੇ ਮੈਂ ਆਪਣੀ ਘਰਵਾਲੀ ਨੂੰ ਮਾਰਾਂਗਾ ਤੇ ਦੂਸਰੇ ਸਾਨੂੰ। ਕਹਿੰਦੇ ਸਾਡੇ ਵਾਸਤੇ ਵੀ ਉਹ ਕਹਿੰਦਾ ਪਹਿਲਾਂ ਗਲ ਵੱਢਾਂਗਾ ਮੈਂ ਆਪਣੀ ਘਰਵਾਲੀ ਦਾ, ਤੇ ਦੂਸਰੇ ਪਾਸੇ ਕਹਿੰਦੇ ਸਾਧੂ ਜਿਹੜੇ ਨੇ ਉਹਨਾਂ ਦਾ ਵੀ ਮੈਂ ਗਲ ਵੱਢ ਦੇਵਾਂਗਾ। ਕਹਿੰਦੇ ਕਰਨਾ ਤੂੰ ਉਸੇ ਨੇ ਇਹੋ ਹੀ ਕੰਮ ਹੈ। ਫਿਰ ਕਹਿੰਦੇ ਤੁਸੀਂ ਮੈਨੂੰ ਭੇਜ ਰਹੇ ਹੋ ਉਹਦੇ ਕੋਲ, ਕਹਿੰਦੇ ਤੂੰ ਜਾ ਤੈਨੂੰ ਕੁਛ ਨਹੀਂ ਹੋਵੇਗਾ, ਡਰਨਾ ਨਹੀਂ ਤੇ ਜਾ ਕੇ ਉਸਨੂੰ ਦੁੱਧ ਫੜਾ ਦੇ। ਜਿਸ ਵੇਲੇ ਭਾਈ ਦੋਦੇ ਦੇ ਘਰ ਵਾਲੀ ਨੇ ਪਿਆਰੀ ਛੰਨਾ ਹੱਥ ਦੇ ਵਿੱਚ ਫੜਿਆ ਹੋਇਆ ਤੇ ਭਾਈ ਦੋਦੇ ਦੇ ਕੋਲ ਪਹੁੰਚੀ ਹੈ। ਭਾਈ ਦੋਦੇ ਦੇ ਕੋਲ ਪਹੁੰਚੀ, ਕਹਿੰਦੀ ਆ ਲਓ ਦੁੱਧ ਛਕ ਲਓ, ਕਹਿੰਦੀ ਦੁੱਧ ਪੀ ਲਓ। ਕਹਿੰਦੇ ਤੈਨੂੰ ਕਿਸ ਨੇ ਦੱਸਿਆ ਮੇਰੀ ਬਾਰੇ? ਕਹਿੰਦੇ ਤੈਨੂੰ ਕਿਸ ਨੇ ਦੱਸਿਆ? ਤੈਨੂੰ ਕਿਵੇਂ ਪਤਾ ਕਿ ਮੈਂ ਆਇਆ ਹੋਇਆ? ਕਹਿੰਦੀ ਮੈਨੂੰ ਤੇ ਨਹੀਂ ਪਤਾ, ਮੈਨੂੰ ਦੱਸਣ ਵਾਲੇ ਨੇ ਦੱਸਿਆ। ਜਿਵੇਂ ਤੈਨੂੰ ਕਿਸੇ ਨੇ ਦੱਸਿਆ ਨਾ ਕਿ ਮੈਂ ਇੱਧਰ ਆਈ ਹੋਈ ਹਾਂ, ਤੇ ਮੈਨੂੰ ਵੀ ਦੱਸਣ ਵਾਲੇ ਨੇ ਦੱਸਿਆ। ਕਹਿੰਦੀ ਕਿਸ ਦੱਸਣ ਵਾਲੇ ਨੇ ਦੱਸਿਆ? ਧੰਨ ਗੁਰੂ ਨਾਨਕ ਦੀਨ ਦੁਨੀ ਦੇ ਮਾਲਕ, ਜਿਹੜੇ ਅੰਦਰ ਦੀ ਗੱਲ ਨੂੰ ਜਾਣਦੇ ਨੇ, ਉਹਨਾਂ ਨੇ ਇਹ ਦੱਸਿਆ ਕਿ ਤੂੰ ਆਇਆ ਮਗਰ ਚੋਰੀ ਸਾਡੀ ਫੜਨ ਵਾਸਤੇ। ਫਿਰ ਕਹਿੰਦੀ ਤੇਰੇ ਮਨ ਦੇ ਵਿੱਚ ਵੀ ਜੋ ਗੱਲ ਹੈ ਉਹ ਵੀ ਮੈਨੂੰ ਪਤਾ। ਕਹਿੰਦੇ ਮੇਰੇ ਮਨ ਦੇ ਵਿੱਚ ਗੱਲ ਕੀ ਹੈ? ਕਹਿੰਦੀ ਤੇਰੇ ਮਨ ਦੇ ਵਿੱਚ ਇਹ ਗੱਲ ਆ ਨਾ ਕਿ ਪਹਿਲੋਂ ਸਿਰ ਮੇਰਾ ਵੱਢਣਾ, ਫਿਰ ਜਿਹੜੇ ਸਾਧੂ ਨੇ ਮੈਂ ਉਹਨਾਂ ਦਾ ਸਿਰ ਵੱਢਾਂਗਾ, ਇਹੀ ਹੋਇਆ ਨਾ ਤੇਰੇ ਮਨ ਦੇ ਵਿੱਚ? ਕਹਿੰਦੇ ਗੱਲ ਤੇ ਮੇਰੇ ਮਨ ਦੇ ਵਿੱਚ ਇਹੀ ਹੋਈ ਆ। ਤੈਨੂੰ ਕਿਹਨੇ ਦੱਸਿਆ ਇਹ ਗੱਲ? ਕਹਿੰਦੇ ਮੈਨੂੰ ਉਹ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ ਕਿ ਉਹ ਤੇਰਾ ਸਿਰ ਵੱਢੇਗਾ। ਆ ਹੁਣ ਦੁੱਧ ਪੀਦਾ। ਕਹਿੰਦੇ ਦੁੱਧ ਨਹੀਂ ਪੀਤਾ ਤੇ ਨਾਲ ਹੀ ਦੁੱਧ ਫੜ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਆ ਗਿਆ। ਚਰਨਾਂ ਦੇ ਵਿੱਚ ਆ ਗਿਆ। ਸਤਿਗੁਰੂ ਨਾਨਕ ਪਾਤਸ਼ਾਹ ਜੀ ਹੁਣ ਆਪ ਕਹਿ ਰਿਹਾ, ਸਤਿਗੁਰੂ ਜੀ ਤੁਸੀਂ ਦੁੱਧ ਪੀ ਲਓ। ਸਤਿਗੁਰੂ ਕਹਿੰਦੇ ਨਹੀਂ ਦੁੱਧਿਆ, ਇਹ ਦੁੱਧ ਤੂੰ ਆਪ ਪੀ ਲੈ। ਸਤਿਗੁਰੂ ਜੀ ਦੁੱਧ ਤੁਸੀਂ ਪੀਓ, ਦੁੱਧ ਪੀਓ। ਕਹਿੰਦੇ ਨਹੀਂ ਅਸੀਂ ਦੁੱਧ ਨਹੀਂ ਪੀਣਾ, ਅਸੀਂ ਪਾਣੀ ਪੀਵਾਂਗੇ। ਅਸੀਂ ਤੇ ਪਾਣੀ ਪੀਵਾਂਗੇ, ਦੁੱਧ ਅਸੀਂ ਕੋਈ ਨਹੀਂ ਪੀਣਾ, ਦੁੱਧ ਅਸੀਂ ਕੋਈ ਨਹੀਂ ਪੀਣਾ। ਕਹਿੰਦੇ ਮੇਰੇ ਘਰ ਦਾ ਦੁੱਧ ਹੈ। ਦੋਦਾ ਆਖਣ ਲੱਗਾ ਇਹ ਮੇਰੇ ਘਰ ਤੋਂ ਦੁੱਧ ਆਇਆ ਹੈ। ਕਹਿੰਦੇ ਦੁੱਧ ਤਾਂ ਕਰਤਾਰ ਦਾ ਹੈ, ਦੁੱਧ ਤਾਂ ਕਰਤਾਰ ਦਾ, ਉਸ ਵਾਹਿਗੁਰੂ ਦਾ ਹੈ, ਕਰਤਾਰ ਦਾ ਹੈ। ਕਹਿੰਦੇ ਜਿਸ ਵੇਲੇ ਕਰਤਾਰ ਦਾ ਨਾਮ ਲਿਆ, ਆਖਣ ਲੱਗਾ ਕਰਤਾਰ ਦੇ ਘਰ ਦੇ ਵਿੱਚ ਲਵੇਰੀ ਕੋਈ ਨਹੀਂ। ਕਹਿੰਦੇ ਉਹ ਕਰਤਾਰਾ, ਕਹਿੰਦੀ ਉਹਦੇ ਘਰ ਦੇ ਵਿੱਚ ਲਵੇਰੀ ਕੋਈ ਨਹੀਂ। ਤੁਸੀਂ ਕਹਿ ਰਹੇ ਹੋ ਕਰਤਾਰ ਦੇ ਘਰ ਦਾ, ਇਹ ਦੁੱਧ ਮੇਰੇ ਘਰ ਦਾ, ਇਹ ਦੁੱਧ ਮੇਰੇ ਘਰ ਦਾ। ਕਹਿੰਦੇ ਨਹੀਂ, ਜਿਸ ਕਰਤਾਰ ਦੀ ਤੂੰ ਗੱਲ ਕਰਦਾ ਉਸ ਕਰਤਾਰ ਦਾ ਨਹੀਂ। ਇਸ ਦੀਨ ਦੁਨੀ ਦੇ ਮਾਲਕ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਦੁੱਧ, ਇਹ ਤੇਰਾ ਨਹੀਂ। ਤੇ ਕਹਿੰਦੇ ਤੂੰ ਜਲ ਲੈ ਕੇ ਆ ਰਾਵੀ ਕਿਹਦੇ ਨਾਲ ਵਗ ਰਹੀ ਆ ਪਿਆਰੀ? ਰਾਵੀ ਦੀ ਗੱਲ ਕਰੀਏ, ਸਾਨੂੰ ਦਾਦ ਆਦਿਆਂ ਦੀ ਸਾਡੀ ਜ਼ਮੀਨ ਬਿਲਕੁਲ ਰਾਵੀ ਦੇ ਉੱਤੇ ਸੀ, ਤੇ ਰਾਵੀ ਦਾ ਪਾਣੀ ਬੜਾ ਸਾਫ਼ ਹੋਇਆ ਕਰਦਾ, ਥੱਲੇ ਰੇਤਾ ਵੀ ਉਸਦੇ ਦਿਖਾਈ ਦਿੰਦੀ। ਕਹਿੰਦੇ ਉਹ ਰਾਵੀ ਤੋਂ ਕਹਿੰਦੇ ਪਾਣੀ ਭਰ ਕੇ ਲੈ ਗਿਆ। ਰਾਵੀ ਤੋਂ ਪਾਣੀ ਭਰ ਕੇ ਲੈ, ਜਿਸ ਨੇ ਗੜਵਾ ਲਿਆ ਪਾਣੀ ਭਰਨ ਵਾਸਤੇ ਗਿਆ, ਤੇ ਪਿਆਰੇ ਉਥੋਂ ਗੜਵਾ ਭਰਦਾ ਹੈ ਪਾਣੀ ਦਾ, ਤੇ ਜਦੋਂ ਵੇਖਦਾ ਉਦੋਂ ਦੁੱਧ। ਵਾਰ-ਵਾਰ ਡੋਲਦਾ ਉਸ ਪਾਣੀ ਨੂੰ, ਜਦੋਂ ਡੋਲ ਕੇ ਫੇਰ ਭਰਦਾ, ਵੇਖਦਾ ਭਰਦਾ ਤੇ ਆ ਪਾਣੀ, ਪਰ ਉਹਦੇ ਵਿੱਚ ਦੁੱਧ। ਜਦੋਂ ਇਹਨੂੰ ਸ਼ੰਕਾ ਪਿਆ ਕਿ ਵਾਰ-ਵਾਰ ਇਹ ਦੁੱਧ ਕਿਵੇਂ ਬਣ ਜਾ ਰਿਹਾ, ਬਣਦਾ ਜਾ ਰਿਹਾ। ਹੁਣ ਰਾਵੀ ਵੱਲ ਜਦੋਂ ਝਾਤੀ ਮਾਰੀ, ਸਾਰੀ ਰਾਵੀ ਦੁੱਧ ਦੀ ਵਗ ਰਹੀ ਹੈ। ਕਹਿੰਦੇ ਇਹ ਪਾਣੀ ਤੋਂ ਦੁੱਧ ਕਿਵੇਂ ਬਣ ਗਿਆ? ਇਹ ਤੇ ਬੜਾ ਅਚੰਭਾ ਹੈ। ਕਹਿੰਦੇ ਮੈਂ ਖੂਹ ਤੋਂ ਪਾਣੀ ਲੈ ਕੇ ਜਾਂਦਾ, ਖੂਹ ਵਾਲੇ ਪਾਸੇ ਗਿਆ, ਜਿਸ ਵੇਲੇ ਖੂਹ ਦੇ ਵਿੱਚੋਂ ਪਿਆਰਿਓ ਪਾਣੀ ਕੱਢਿਆ ਰੱਸੇ ਦੇ ਨਾਲ ਲਮਕਾ ਕੇ, ਉਹ ਜੋ ਕਰਮੰਡਲ ਸੀ ਕੱਢਿਆ ਜਿਸ ਵੇਲੇ ਬਾਹਰ, ਤੇ ਉਹ ਵੀ ਦੁੱਧ
ਵੇਖ ਕੇ ਹੁਣ ਮਨ ਦੇ ਵਿੱਚ ਸੋਚਿਆ, ਇਹ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਹੀ ਕੌਤਕ ਹੈ। ਵਾਪਸ ਆਇਆ, ਕਹਿੰਦੀ ਭਾਈ ਤੋਜਿਆ, ਤੂੰ ਪਾਣੀ ਕਿਉਂ ਨਹੀਂ ਲੈ ਕੇ ਆਇਆ ਸਾਡੇ ਪੀਣ ਵਾਸਤੇ? ਮਹਾਰਾਜ ਪਾਣੀ ਤੇ ਹੈ ਹੀ ਕਿਧਰੇ ਨਹੀਂ। ਕਹਿੰਦੇ ਰਾਵੀ ਭਰੀ ਹੋਈ ਆ ਪਾਣੀ ਨਾਲ, ਖੂਹ ਭਰਿਆ ਹੋਇਆ ਪਾਣੀ ਨਾਲ। ਮਹਾਰਾਜ ਉੱਥੇ ਪਾਣੀ ਨਹੀਂ, ਉਹ ਤੇ ਦੁੱਧ ਨਾਲ ਭਰੇ ਹੋਏ ਨੇ। ਹੁਣ ਮਨ ਦਾ ਹੰਕਾਰ ਟੁੱਟ ਗਿਆ ਕਿ ਮੇਰਾ ਕੀ ਕੁਝ ਨਹੀਂ, ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा। ਪਿਆਰੂ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਤੇ ਢਹਿ ਪਿਆ, ਚਰਨਾਂ ਤੇ ਢਹਿ ਪਿਆ ਤੇ ਆਖਣ ਲੱਗਾ, ਮਹਾਰਾਜ ਹੁਣ ਸਾਡੇ ਤੁਸੀਂ ਘਰ ਚੱਲੋ, ਹੁਣ ਤੁਸੀਂ ਸਾਡੇ ਘਰ ਚੱਲੋ। ਜਿਸ ਵੇਲੇ ਘਰ ਦੇ ਵਿੱਚ ਭਾਈ ਦੋਦਾ ਲੈ ਕੇ ਗਿਆ, ਪਿਆਰੀ ਸੇਵਾ ਕੀਤੀ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਹ ਗੱਲ ਆਖੀ ਕਿ ਤੁਹਾਡੇ ਘਰ ਦੇ ਵਿੱਚ ਔਲਾਦ ਵੀ ਹੋਵੇਗੀ, ਪਰ ਗੁਰੂ ਨਾਨਕ ਦੇ ਚਰਨਾਂ ਦੇ ਨਾਲ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰਹਿਣਾ। ਇਹ ਸਾਰੀਆਂ ਦਾਤਾਂ ਉਸ ਮਾਲਕ ਦੀਆਂ ਹਨ। ਪਿਆਰੋ, ਜਿਸ ਤੇ ਮਰਜੀ ਉਹ ਬਖਸ਼ਿਸ਼ ਕਰ ਦੇਵੇ। ਵਾਹਿਗੁਰੂ ਜਿਸ ਤੇ ਬਖਸ਼ਿਸ਼ ਕਰੇ, ਜਿਸ ਨੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਵਾਲਾ। ਤੇ ਜਿਹੜੇ ਗੁਰੂ ਨੂੰ ਪਿਆਰੋ ਯਾਦ ਕਰਦੇ ਨੇ, ਹਿਰਦੇ ਕਰਦੇ ਵਿੱਚ ਪ੍ਰੇਮਾ ਭਗਤੀ ਦੇ ਨਾਲ, ਪਿਆਰੋ ਚਾਉ ਦੇ ਨਾਲ, ਸਤਿਗੁਰੂ ਕਹਿ ਰਹੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਘਰ ਆਪ ਨੜੇ ਖੜੇ ਤਕਾ, ਮੈਂ ਮਨ ਚਾਉ ਕਨੇਰਾ ਰਾ। ਆਪਣੇ ਹਿਰਦੇ ਘਰ ਦੇ ਵਿੱਚ ਮੈਂ ਖੜੀ ਤਾਂ ਕਰੀ, ਰਸਤਾ ਤਾਂ ਕਰੀ ਹਾਂ। ਮੇਰੇ ਮਨ ਅੰਦਰ ਬਹੁਤ ਜ਼ਿਆਦਾ ਚਾਉ ਹੈ ਤੁਹਾਨੂੰ ਮਿਲਣ ਵਾਸਤੇ। ਚਾਉ ਹੋਵੇਗਾ ਤਾਂ ਹੀ ਮਿਲਾਪ ਹੋਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਿਆਰੇ ਦੀ ਸੰਗਤਾਂ ਆਉਂਦੀਆਂ ਨੇ, ਦਾਸਰੀ ਇਹ ਸ਼ਬਦ ਗਾਇਆ ਕਰਦੇ ਸਨ, ਆਹੋ ਸੱਜਣਾ ਆਉ ਦੇਖਾਂ ਦਰਸ਼ਨ ਤੇਰਾ ਰਾਮ। ਕੁਦਰਤੀ ਅੱਜ ਇਹ ਹੁਕਮਨਾਮਾ ਆਇਆ ਹੈ, ਉੱਥੇ ਦਰਸ਼ਨ ਦਾ ਸ਼ਬਦ ਪੜ੍ਹਿਆ ਜਾਂਦਾ ਹੈ। ਜਦੋਂ ਗੁਰੂ ਸਾਹਿਬ ਦੀ ਸਵਾਰੀ ਆਉਂਦੀ ਹੈ ਜਾਂ ਇਹ ਸ਼ਬਦ ਪੜ੍ਹਿਆ ਜਾਂਦਾ, ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਤੁਮ ਤਨ ਤਨੇ ਉਦਾਰ ਤਿਆਗੀ, ਸ਼੍ਰਵਣਨ ਸੁਨੀਅਤ ਸੋ ਜਸ ਤੁਮਾਰ। मांगो काहे रंग सब देखो, तुम ही थे मेरो निस्तार। जय देव नामा बिपुस दामा, तिनको कृपा पई है अपार। कह कबीर तुम समरथ दाते, चार पदार्थ देत न बा। वाहिगुरू जी तुहाडे कोल ते चार पदार्थ भी ने, धर्म अर्थ काम मोक्ष। धर्म अर्थ कामोग का दाता, पूरी पई सिमर सिमर विधाता। चारे पदार्थ उसनूं मिल जाते हैं जिहड़ा मालिक दी चरणां दे नाल जुड़ जाता है। मन चाओ कनेरा सुन प्रभ मेरा, मैं तेरा परवासा। वाहिगुरू जी मेरे मन अंदर बहुत चाव है, ऐ मेरे प्रभु मेरी कन दे की गल सुन, मेरी गल सुन। सुन शब्द तुम्हारा मेरा मन भीना, कोल कुमाई लालना गुर मन दीना। ए मन भीना जो जल मीना, लागा रंग मुरारा। कीमत कही न जाई ठाकुर, तेरा महल अपारा। सर्व गुणा के दाते स्वामी, बिनो सुनो एक दीना। देहो दर्श नानक बलहारी, जियड़ा बल बल कीना। मैनू दर्शन दीदार अपना बख्शिश करो वाहिगुरू जी। मैं तेरे तो बलहारे जावा, तेरे तो मैं वारने जावा। मेरे मन अंदर चाव है, ऐ मेरे प्रभु सुन। मैं तेरा प्रवासा, मैनू ते तेरे ते भरोसा है, मैनू तेरा ही आसरा, मैं होर किस पासे जावा। दर्शन देख पए न केवल, जन्म मरण दुख नासा। ਜਦੋਂ ਪਿਆਰੇ ਦਰਸ਼ਨ ਦੀਦਾਰ ਹੋ ਜਾਂਦੇ ਨੇ ਉਸ ਮਾਲਕ ਦੇ, ਤੇ ਸਭ ਤੋਂ ਵੱਡੀ ਬਖਸ਼ਿਸ਼ ਕਿਹੜੀ ਹੋ ਜਾਂਦੀ ਹੈ? ਜੰਮਣ ਤੇ ਮਰਨ ਦਾ ਚੱਕਰ ਜਿਹੜਾ ਉਹ ਖਤਮ ਹੋ ਜਾਂਦਾ। ਜਦੋਂ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਦਰਸ਼ਨ ਕਰਨ ਵਾਸਤੇ ਅਸੀਂ ਸਾਰੇ ਬੈਠੇ ਹਾਂ ਮਾਲਕ ਦੇ ਚਰਨਾਂ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਸਤਿਗੁਰ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠੇ ਹਾਂ ਕਿ ਸਤਿਗੁਰੂ ਜੀ ਸਾਡਾ ਜੰਮਣ ਮਰਨ ਦਾ ਚੱਕਰ ਜਿਹੜਾ ਇਹ ਕੱਟਿਆ ਜਾਵੇ, ਇਹ ਖਤਮ ਹੋ ਜਾਵੇ। ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਵੀ ਦਰਸ਼ਨ ਦੀਦਾਰ ਕਰਦਾ ਹੈ ਉਹਦਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਂਦਾ।
ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਹਾਈ। ਵਾਹਿਗੁਰੂ ਤਾਂ ਸਾਰੀਆਂ ਜਗ੍ਹਾ ਤੇ ਆ ਪਿਆਰਿਆ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਈ ਸੁਭਾਈ। ਪਿਆਰਾ ਪ੍ਰੀਤਮ ਉਸੇ ਨੂੰ ਮਿਲਦਾ ਜਿਹੜਾ ਪਿਆਰ ਦੇ ਨਾਲ ਉਸ ਨੂੰ ਯਾਦ ਕਰਦਾ ਹੈ। ਜਿਹੜਾ ਵੀ ਯਾਦ ਕਰੇਗਾ ਉਸੇ ਨੂੰ ਮਿਲਾਪ ਹੋ ਜਾਵੇਗਾ। ਉਹ ਤੇ ਹਰ ਥਾਂ ਤੇ ਹੈ ਪਿਆਰਿਓ। ਨਾਨਕ ਸਾਜਨ ਕੋ ਬਲ ਜਾਈਐ, ਸਾਚ ਮਿਲੇ ਕਰ ਆਈ। ਇਹਦੇ ਮੈਂ ਵਾਰ ਨਹੀਂ ਜਾਂਦਾ, ਵਰਹਾਰ ਨਹੀਂ ਜਾਂਦਾ ਉਸ ਸਾਜਨ ਤੋਂ, ਸਾਚ ਮਿਲੇ ਕਰ ਆਏ। ਇਹਦੇ ਹਿਰਦੇ ਘਰ ਦੇ ਵਿੱਚ ਸੱਚ ਆ ਗਿਆ ਪਿਆਰਿਓ, ਉਸ ਨੂੰ ਮਿਲਾਪ ਹੋ ਗਿਆ। ਜਿਹਦੇ ਘਰ ਦੇ ਵਿੱਚ ਵੀ ਹਿਰਦੇ ਘਰ ਦੇ ਵਿੱਚ ਸੱਚ ਆ ਗਿਆ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਜਿਸ ਹਿਰਦੇ ਘਰ ਦੇ ਵਿੱਚ ਆ ਗਿਆ, ਉਸੇ ਦਾ ਹੀ ਮਿਲਾਪ ਉਸ ਮਾਲਕ ਦੇ ਨਾਲ। ਜਿਹੜਾ ਵੀ ਮਾਲਕ ਨਾਲ ਜੁੜੇਗਾ ਪਿਆਰਿਓ, ਉਸੇ ਦਾ ਬੇੜਾ ਪਾਰ ਹੋ ਜਾਵੇਗਾ। ਸੱਚੇ ਮਨ ਦੇ ਨਾਲ ਜੁੜਨਾ ਹੈ। ਜਦੋਂ ਵਾਹਿਗੁਰੂ ਦਾ ਧਿਆਨ ਧਰ ਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਦਿਆਂ ਗੁਰਮੰਤਰ ਦਾ ਜਾਪ ਸਾਡੇ ਹਿਰਦੇ ਘਟ ਦੇ ਵਿੱਚ ਚੱਲਦਾ ਹੋਵੇ, ਮੂਲ ਮੰਤਰ ਦਾ ਜਾਪ ਸਾਡੇ ਹਿਰਦੇ ਘਟ ਦੇ ਵਿੱਚ ਚੱਲਦਾ ਹੋਵੇ, ਬਾਣੀ ਦਾ ਜਾਪ ਨਿਰੰਤਰ ਚੱਲਦਾ ਰਹੇ, ਤੇ ਕੋਈ ਐਸਾ ਪਿਆਰਿਓ ਦਿਨ ਨਾ ਹੋਵੇ ਜਦੋਂ ਪਰਮੇਸ਼ਰ ਦੀ ਯਾਦ ਨਾ ਆਵੇ। ਉਹ ਵੇਲਾ ਆ ਜਾਵੇਗਾ ਜਦੋਂ ਸਾਨੂੰ ਪਰਮੇਸ਼ਰ ਦਾ ਦਰਸ਼ਨ ਦੀਦਾਰ ਹੋ ਜਾਵੇਗਾ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਗੁਰਦੀਪ ਪਿਤਾ ਕਿਰਪਾ ਕਰੀ ਪਿਆਰਿਓ, ਕਿਸੇ ਪਰਿਵਾਰ ਵੱਲੋਂ ਸਹਿਜ ਪਾਠ ਹੈ, ਉਸ ਦਾ ਭੋਗ ਪਾਉਣਾ ਹੈ, ਇਹ ਨਾਲ ਹੀ ਉਹ ਭੋਗ ਪਾ ਕੇ ਅਰਦਾਸ ਕੀਤੀ ਜਾਵੇਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੀਆਂ ਲਵਾਈਆਂ ਹੋਈਆਂ ਘੜੀਆਂ ਦਰਗਾਹੀ ਕਬੂਲ ਕਰਨ। ਸਭਨਾਂ ਦੇ ਘਰ ਪਰਿਵਾਰਾਂ ਵਿੱਚ ਮੇਰਾ ਮਾਲਕ ਸੁਖ ਸ਼ਾਂਤੀ ਬਖਸ਼ਿਸ਼ ਕਰੇਗੀ। ਆਓ ਨਵੇਂ ਮਹੱਲੇ ਦੇ ਸ਼ਲੋਕ ਵੀ ਨਾਲ ਹੀ ਸਰਵਣ ਕਰ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਨਾਮ, ਕਰ ਆਪਨੜੇ ਕੜੀ ਤਖਾ, ਮੈਂ ਮਨ ਚਾਉ ਅੰਧੇਰਾ ਰਾਮ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੁ। ਇਕ ਓੰਕਾਰ ਸਤਿ ਗੁਰ ਪ੍ਰਸਾਦਿ, ਸ਼ਲੋਕ ਮਹਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਲ ਤੁਕੀਨ, ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕੋ ਮੀਨ। ਬਿਖਿਆਨ ਸੋ ਕਾਹੀ ਰਚਿਓ, ਨਿਮਕ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰਿ ਮਨਾ।